ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਗੁਰੂ ਚਰਨਾਂ ਵਿੱਚ ਬੈਠ ਕੇ ਨਿਤਨੇਮ ਦੀ ਬਾਣੀ ਦੇ ਪਾਠ ਉਪਰੰਤ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ। ਆਓ ਹੁਣ ਆਪਣੀਆਂ ਸੁਰਤ ਬਿਰਤੀਆਂ ਨੂੰ ਗੁਰਬਾਣੀ ਦੀ ਵਿਚਾਰਧਾਰਾ ਨਾਲ ਜੋੜੀਏ। ਅੱਜ ਦਾ ਜੋ ਇਹ ਪਾਠ ਆਪ ਜੀ ਨੇ ਸਰਵਣ ਕੀਤਾ ਹੈ, ਸੁਖਮਨੀ ਸਾਹਿਬ ਜੀ ਦੀ 16ਵੀਂ ਅਸ਼ਟਪਦੀ ਦਾ ਚੌਥਾ ਬੰਦ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 284 ਤੇ ਅੰਕਿਤ ਹੈ। ਇਸ ਅਸ਼ਟਪਦੀ ਦਾ ਜਦੋਂ ਆਪਾਂ ਸ਼ਲੋਕ ਪੜ੍ਹਦੇ ਹਾਂ, ਉਹਦੇ ਵਿੱਚੋਂ ਆਪਾਂ ਨੂੰ ਸਮਝ ਪੈ ਜਾਂਦੀ ਹੈ ਕਿ ਸਤਿਗੁਰੂ ਜੀ ਇਸ ਅਸ਼ਟਪਦੀ ਅੰਦਰ ਪਰਮਾਤਮਾ ਦੀ ਗੱਲ ਕਰਦੇ ਨੇ ਤੇ ਪਰਮਾਤਮਾ ਦੀ ਗੱਲ ਕਰਦਿਆਂ ਉਸ ਦਾ ਬਹੁਤ ਵਧੀਆ ਚਿੱਤਰ, ਉਸ ਦੀ ਬੜੀ ਵਧੀਆ ਤਸਵੀਰ ਉਹ ਸਾਡੇ ਸਾਹਮਣੇ ਪੇਸ਼ ਕਰਦੇ ਨੇ। ਤਸਵੀਰ ਕਿਹੜੀ ਹੈ? ਜਿਸ ਦਾ ਨਾ ਕੋਈ ਰੂਪ ਹੈ, ਜਿਸ ਦਾ ਨਾ ਕੋਈ ਰੇਖ ਹੈ, ਜਿਹਦਾ ਨਾ ਕੋਈ ਰੰਗ ਹੈ, ਤੇ ਉਹ ਪ੍ਰਭੂ ਜਿਸ ਦੀ ਉਹ ਤਸਵੀਰ ਪੇਸ਼ ਕਰ ਰਹੇ ਨੇ, ਉਹ ਤਿੰਨਾਂ ਗੁਣਾਂ ਤੋਂ ਵੱਖਰਾ ਹੈ। ਔਰ ਸੱਚਾਈ ਇਹ ਹੀ ਹੈ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੇ ਉਸ ਦੀ ਸਹੀ ਤੇ ਸੱਚੀ ਤਸਵੀਰ ਵੇਖਣੀ ਹੋਵੇ ਤੇ ਉਹ ਸਾਨੂੰ ਗੁਰਬਾਣੀ ਵਿੱਚੋਂ ਹੀ ਨਜ਼ਰ ਆਉਂਦੀ ਹੈ। ਤੁਸੀਂ ਗੁਰੂ ਨਾਨਕ ਸਾਹਿਬ ਜੀ ਦਾ ਲਿਖਿਆ ਹੋਇਆ ਕਦੀ ਮੂਲ ਮੰਤਰ ਪੜ੍ਹੋ ਪਿਆਰ ਨਾਲ, ਉਹਦੇ ਇੱਕ ਇੱਕ ਵਰਡ ਵੱਲੇ, ਇੱਕ ਇੱਕ ਅੱਖਰ ਵੱਲ ਧਿਆਨ ਦੇ ਕੇ ਤੇ ਸਮਝ ਪੈ ਜਾਏਗੀ ਕਿ ਉਹਦੀ ਸੱਚੀ ਤਸਵੀਰ ਵਾਹਿਗੁਰੂ ਜੀ ਦੀ ਕੀ ਹੈ। ਵੈਸੇ ਸਾਡੇ ਸਿੱਖ ਸਮਾਜ ਦੇ ਅੰਦਰ ਬਹੁਤ ਸਾਰੇ ਲੋਕ ਅਜਿਹੇ ਨਜ਼ਰ ਆਉਣਗੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀਆਂ ਵੱਖ-ਵੱਖ ਤਸਵੀਰਾਂ ਬਣਾ ਕੇ ਵੇਚੀਆਂ, ਪੈਸਾ ਕਮਾਇਆ, ਤੇ ਕੁਝ ਲੋਕ ਇਹੋ ਜਿਹੇ ਵੀ ਨੇ ਜਿਹੜੇ ਉੱਚੀ ਆਵਾਜ਼ ਨਾਲ ਕਹਿ ਰਹੇ ਨੇ ਕਿ ਸਾਡੇ ਪਾਸ ਸੱਚੀ ਤਸਵੀਰ ਹੈ, ਸਾਡੇ ਕੋਲ ਅਸਲੀ ਤਸਵੀਰ ਹੈ ਗੁਰੂ ਸਾਹਿਬ ਦੀ। ਸੋ ਜੋ ਕਹਿ ਰਹੇ ਨੇ ਉਹਨਾਂ ਨੂੰ ਮੁਬਾਰਕ ਹੋਵੇ, ਪਰ ਗੁਰੂ ਪਰਮੇਸ਼ਰ ਦੀ ਜਿਹੜੀ ਅਸਲੀ ਤਸਵੀਰ ਹੈ ਉਹ ਇਹੋ ਹੀ ਹੈ ਕਿ ਉਹਦਾ ਕੋਈ ਰੂਪ, ਰੰਗ, ਰੇਖ, ਭੇਖ, ਚੱਕਰ, ਚਿਹਨ ਕੁਝ ਵੀ ਨਹੀਂ। ਗੁਰੂ ਸਾਹਿਬ ਆਪਣੇ ਸਮੇਂ ਸਰੀਰ ਵਿੱਚ ਆਏ, ਪਰ ਸਰੀਰ ਗੁਰੂ ਉਦੋਂ ਵੀ ਨਹੀਂ ਸੀ। ਉਦੋਂ ਵੀ ਗੁਰੂ ਗਿਆਨ ਸੀ, ਉਦੋਂ ਵੀ ਗੁਰੂ ਵਿਚਾਰਧਾਰਾ ਸੀ, ਉਦੋਂ ਵੀ ਗੁਰੂ ਸ਼ਬਦ ਸੀ। ਸੋ ਨਾ ਉਸ ਗੁਰੂ ਦੀ ਤਸਵੀਰ ਬਣਾਈ ਜਾ ਸਕਦੀ ਹੈ, ਨਾ ਪਰਮਾਤਮਾ ਦੀ ਤਸਵੀਰ ਬਣਾਈ ਜਾ ਸਕਦੀ ਹੈ। ਉਹਦੀ ਸੱਚੀ ਤਸਵੀਰ ਕੇਵਲ ਤੇ ਕੇਵਲ ਅਸੀਂ ਗੁਰਬਾਣੀ ਵਿੱਚੋਂ ਉਹਦੇ ਗੁਣਾਂ ਨੂੰ ਸਮਝ ਕੇ, ਵਿਚਾਰ ਕੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਪਰਮਾਤਮਾ ਕਿਹੋ ਜਿਹਾ ਹੋਵੇਗਾ। ਸੋ ਜਦੋਂ ਅਸੀਂ ਸਮੁੱਚੇ ਤੌਰ 'ਤੇ ਗੁਰਬਾਣੀ ਨੂੰ ਸਮਝਾਂਗੇ ਤੇ ਪਰਮਾਤਮਾ ਇੱਕ ਵੱਡੀ ਸ਼ਕਤੀ ਹੀ ਬਣ ਕੇ ਸਾਡੇ ਸਾਹਮਣੇ ਆਵੇਗਾ, ਕੋਈ ਆਕਾਰ ਨਹੀਂ। ਸੋ ਇਸ ਗੱਲ ਨੂੰ ਸਮਝਾਉਂਦੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਕਿ ਇਸ ਗੱਲ ਦੀ ਉਸੇ ਹੀ ਬੰਦੇ ਨੂੰ ਸਮਝ ਪੈਂਦੀ ਏ ਜਿਹਦੇ ਉੱਤੇ ਪਰਮਾਤਮਾ ਅਤ ਪ੍ਰਸੰਨ ਹੋਵੇ, ਜਿਹਦੇ ਉੱਤੇ ਖੁਸ਼ ਹੋਵੇ ਤੇ ਉਸ ਨੂੰ ਉਹ ਜਨਾ ਦਿੰਦਾ ਹੈ ਕਿ ਮੈਂ ਕੀ ਹਾਂ। ਆਓ ਅਸੀਂ ਸ਼ਲੋਕ ਦੀ ਥੋੜ੍ਹੀ ਜਿਹੀ ਵਿਚਾਰ ਕਰਨ ਤੋਂ ਬਾਅਦ ਇਸ ਬੰਦ ਵੱਲ ਵੇਖੀਏ, ਜਿਹਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੇ
ਉਸ ਪਰਮਾਤਮਾ ਦੇ ਅਨੇਕਾਂ ਰੂਪ ਤੇ ਅਨੇਕਾਂ ਰੰਗਾਂ ਦਾ ਵਰਣਨ ਕੀਤਾ। ਉਸ ਦੇ ਅਨੇਕਾਂ ਭੇਖ ਨੇ। ਸ਼ਲੋਕ ਵਿੱਚ ਕਹਿ ਰਹੇ ਨੇ ਉਹਦਾ ਕੋਈ ਰੂਪ ਰੰਗ ਰੇਖ ਭੇਖ ਕੁਝ ਵੀ ਨਹੀਂ, ਤੇ ਇਸ ਬੰਦ ਵਿੱਚ ਸਮਝਾ ਰਹੇ ਨੇ ਕਿ ਉਹਦੇ ਬੇਅੰਤ ਰੂਪ ਨੇ, ਬੇਅੰਤ ਰੰਗ ਨੇ, ਬੇਅੰਤ ਉਹਦੇ ਆਕਾਰ ਨੇ। ਅਸੀਂ ਕਿਵੇਂ ਇਸ ਨੂੰ ਸਮਝਣਾ ਹੈ? ਆਓ ਇਸ ਵਿਚਾਰ ਨੂੰ ਸਮਝਣ ਤੋਂ ਪਹਿਲਾਂ ਆਪਾਂ ਜਿਹੜਾ ਪਿਛਲੇ ਸ਼ੁੱਕਰਵਾਰ ਬੰਦ ਨੰਬਰ 3 ਵਿਚਾਰਿਆ ਸੀ, ਉਹਨੂੰ ਮਾੜਾ ਜਿਹਾ ਧਿਆਨ ਵਿੱਚ ਲੈ ਆਈਏ ਤਾਂ ਕਿ ਲੜੀ ਜੁੜ ਸਕੇ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਬੰਦ ਨੰਬਰ 3 ਵਿੱਚ ਇਹ ਬਚਨ ਆਖੇ ਸਨ ਕਿ ਪਰਮਾਤਮਾ ਨੇ ਇਹ ਸੰਸਾਰ ਦੀ ਇੱਕ ਰਚਨਾ ਰਚੀ, ਇਹ ਇੱਕ ਖੇਡ, ਇੱਕ ਤਮਾਸ਼ਾ, ਇੱਕ ਨਾਟਕ, ਇੱਕ ਡਰਾਮਾ ਉਸ ਨੇ ਆਰੰਭ ਕੀਤਾ, ਜਿਸ ਦੀ ਗਿਣਤੀ ਮਿਣਤੀ, ਜਿਸ ਦਾ ਅੰਦਾਜ਼ਾ ਕਿਸੇ ਕੋਲੋਂ ਨਹੀਂ ਲਗਾਇਆ ਜਾ ਸਕਦਾ। ਵੱਡੇ ਵੱਡੇ ਰਿਸ਼ੀ ਮੁਨੀ, ਵੱਡੇ ਵੱਡੇ ਦੇਵਤੇ ਪਰਮਾਤਮਾ ਦੀ ਇਸ ਬਣਾਈ ਹੋਈ ਲੀਲਾ, ਇਸ ਬਣਾਈ ਹੋਈ ਰਚਨਾ ਨੂੰ ਭਾਲਦੇ, ਢੂੰਡਦੇ, ਲੱਭਦੇ ਥੱਕ ਗਏ ਨੇ, ਪਰ ਇਸ ਦਾ ਅੰਤ ਕਿਸੇ ਤੋਂ ਨਹੀਂ ਪਾਇਆ ਗਿਆ। ਗੁਰੂ ਸਾਹਿਬ ਨੇ ਇੱਕ ਉਦਾਹਰਣ ਦਿੱਤੀ ਕਿ ਜਿਸ ਤਰ੍ਹਾਂ ਪਿਤਾ ਦੇ ਜਨਮ ਬਾਰੇ ਪੁੱਤਰ ਕੋਈ ਸੁਣੀ ਸੁਣਾਈ ਗੱਲ ਦੱਸ ਸਕਦਾ ਹੈ, ਕੋਈ ਪੜ੍ਹੀ ਪੜ੍ਹਾਈ ਗੱਲ ਦੱਸ ਸਕਦਾ ਹੈ, ਪਰ ਸਹੀ ਅੰਦਾਜ਼ਾ ਉਹ ਆਪਣੇ ਆਪ ਨਹੀਂ ਲਗਾ ਸਕਦਾ। ਕਿਉਂ ਨਹੀਂ ਲਗਾ ਸਕਦਾ? ਕਿਉਂਕਿ ਪਿਤਾ ਦੇ ਜਨਮ ਦੇ ਵਕਤ ਪੁੱਤਰ ਦੀ ਹੋਂਦ ਹੈ ਹੀ ਨਹੀਂ ਸੀ। ਇਸੇ ਤਰ੍ਹਾਂ ਅਸੀਂ ਲੋਕ ਜਿੰਨੇ ਵੀ ਸੰਸਾਰ ਵਿੱਚ, ਭਾਵੇਂ ਉਹ ਅਵਤਾਰੀ ਪੁਰਸ਼ ਨੇ, ਸੰਤ ਮਹਾਂਪੁਰਸ਼ ਨੇ, ਕੋਈ ਵਿਦਵਾਨ ਨੇ, ਕੋਈ ਸਾਇੰਸਦਾਨ ਨੇ, ਉਹ ਪਰਮਾਤਮਾ ਦੇ ਮੁੱਢ ਦੀ ਜਦੋਂ ਤੋਂ ਹੈ ਨਹੀਂ ਸਮਝ ਲਾ ਸਕਦੇ, ਕਿਉਂਕਿ ਜਦੋਂ ਉਹਨੇ ਆਪਣਾ ਆਪਾ ਬਣਾਇਆ, ਆਪਣਾ ਆਪਾ ਉਹਦਾ ਪ੍ਰਗਟ ਹੋਇਆ, ਉਦੋਂ ਸਾਡੇ 'ਚੋਂ ਕੋਈ ਇੱਥੇ ਹੈ ਹੀ ਨਹੀਂ ਸੀ। ਉਸ ਮਾਲਕ ਨੇ ਸਾਰੀ ਸ੍ਰਿਸ਼ਟੀ ਨੂੰ ਆਪਣੇ ਇੱਕ ਹੁਕਮ ਰੂਪ ਸੂਤਰ ਵਿੱਚ, ਇੱਕ ਸਿਧਾਂਤ ਰੂਪ ਸੂਤਰ ਵਿੱਚ ਪਰੋਇਆ ਹੋਇਆ ਹੈ। ਉਹ ਪਰਮਾਤਮਾ ਸਾਨੂੰ ਸਾਰਿਆਂ ਜੀਵਾਂ ਨੂੰ ਸੁਮੱਤ ਦਿੰਦਾ ਹੈ, ਗਿਆਨ ਦਿੰਦਾ ਹੈ ਅਤੇ ਧਿਆਨ ਦਿੰਦਾ ਹੈ, ਜਿਸ ਧਿਆਨ ਦੁਆਰਾ ਅਸੀਂ ਵਾਹਿਗੁਰੂ ਜੀ ਨਾਲ ਆਪਣੀ ਸੁਰਤ ਨੂੰ ਜੋੜਦੇ ਹਾਂ, ਜਿਸ ਗਿਆਨ ਦੁਆਰਾ ਉਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ, ਜਿਸ ਸੁਮੱਤ ਦੁਆਰਾ ਅਸੀਂ ਉਸ ਮਾਲਕ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿਨ੍ਹਾਂ ਲੋਕਾਂ ਨੂੰ ਪਰਮਾਤਮਾ ਇਹ 3 ਚੀਜ਼ਾਂ ਬਖਸ਼ ਦਿੰਦਾ ਏ, ਗੁਰੂ ਸਾਹਿਬ ਫਰਮਾਉਂਦੇ ਨੇ ਕਿ ਉਹ ਰੱਬ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਨੂੰ ਧਿਆਉਂਦੇ ਨੇ, ਪਰਮਾਤਮਾ ਦੇ ਨਾਮ ਨੂੰ ਸਿਮਰਦੇ ਨੇ। ਦੂਜੇ ਪਾਸੇ ਜਿਨ੍ਹਾਂ ਨੂੰ ਪਰਮਾਤਮਾ ਇਹ 3 ਚੀਜ਼ਾਂ ਉੱਤੇ ਦੱਸੀਆਂ, ਸੁਮੱਤ, ਗਿਆਨ ਅਤੇ ਧਿਆਨ, ਉਹ ਨਹੀਂ ਦਿੰਦਾ, ਉਹ ਮਾਇਆ ਦੇ 3 ਗੁਣਾਂ ਵਿੱਚ ਭਰਮਦੇ ਰਹਿੰਦੇ ਨੇ, ਭਟਕਦੇ ਰਹਿੰਦੇ ਨੇ। ਉਹਨਾਂ ਦਾ ਜਨਮ ਤੇ ਮਰਨ ਦਾ ਗੇੜ ਬਣਿਆ ਰਹਿੰਦਾ ਹੈ, ਉਹ ਕਦੇ ਮੁੱਕਦਾ ਨਹੀਂ। ਫਿਰ ਅਖੀਰ ਤੇ ਗੁਰੂ ਸਾਹਿਬ ਨੇ ਸਾਨੂੰ ਇਹ ਗੱਲ ਸਮਝਾਈ ਸੀ ਕਿ ਇਹ ਸੁਮੱਤ, ਗਿਆਨ, ਧਿਆਨ ਵਾਲੇ ਮਨੁੱਖ ਤੇ ਦੂਜੇ ਪਾਸੇ ਉਹ ਜਿਹੜੇ 3 ਗੁਣਾਂ ਵਿੱਚ ਭਟਕਦੇ ਫਿਰਦੇ ਨੇ, ਇਹ ਉੱਚੀ ਤੇ ਨੀਵੀਂ ਅਵਸਥਾ ਵਾਲੇ ਲੋਕ ਸਾਰੇ ਪਰਮਾਤਮਾ ਦੇ ਹੀ ਪੈਦਾ ਕੀਤੇ ਸੰਸਾਰ ਵਿੱਚ ਪੈਦਾ ਹੋਏ ਨੇ। ਜਿਸ ਤਰ੍ਹਾਂ ਉਹ ਮਾਲਕ ਆਪਣਾ ਆਪਾ ਕਿਸੇ ਨੂੰ ਜਨਾ ਦਿੰਦਾ ਹੈ, ਗੁਰੂ ਚੌਥੇ ਪਾਤਸ਼ਾਹ ਨੇ ਕਿਹਾ ਖੂਬ ਲਿਖਿਆ, ਜਿਸ ਨੂੰ ਤੂੰ ਜਾਣਾਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਉਹ ਮਨੁੱਖ ਪਰਮਾਤਮਾ ਦੇ ਗੁਣਾਂ ਦੀ ਫਿਰ ਸਦਾ ਹੀ ਸ਼ਲਾਘਾ ਕਰਦਾ ਹੈ, ਸਦਾ ਹੀ ਮਾਲਕ ਦੇ ਗੁਣ ਗਾਉਂਦਾ ਰਹਿੰਦਾ ਹੈ। ਕਿਹੜਾ ਮਨੁੱਖ? ਜਿਸ ਮਨੁੱਖ ਨੂੰ ਵਾਹਿਗੁਰੂ ਜੀ ਆਪਣਾ ਆਪਾ ਆਪ ਜਨਾ ਦੇਣ, ਦੂਜਾ ਕੋਈ ਮਨੁੱਖ ਨਹੀਂ। ਸੋ ਜੈਸਾ ਜਨਾਵੈ ਤੈਸਾ ਨਾਨਕ ਜਾਨ। ਉਸ ਤਰ੍ਹਾਂ ਦਾ ਹੀ ਕੋਈ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਸਮਝ ਸਕਦਾ ਹੈ
ਜਿਸ ਤਰ੍ਹਾਂ ਦਾ ਪਰਮਾਤਮਾ ਆਪ ਆਪਣਾ ਆਪਾ ਕਿਸੇ ਨੂੰ ਜਨਾ ਦੇਵੇ। ਆਓ ਹੁਣ ਆਪਾਂ ਸਮਝਦੇ ਹਾਂ ਕਿ ਸ਼ਲੋਕ ਦੇ ਅੰਦਰ ਗੁਰੂ ਸਾਹਿਬ ਨੇ ਆਖਿਆ ਸੀ, ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭ ਭਿੰਨ। ਪਰ ਇਸ ਚੌਥੇ ਬੰਦ ਵਿੱਚ ਨਾਨਾ ਰੂਪ ਨਾਨਾ ਜਾ ਕੇ ਰੰਗ, ਇਸ ਦੀ ਗੱਲ ਕੀਤੀ ਹੈ। ਹੁਣ ਆਪਾਂ ਗੁਰਬਾਣੀ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰੀਏ। ਵੀਰ ਜੀ ਸ਼ਬਦ ਗਾਇਨ ਕਰ ਰਹੇ ਸੀ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਵਾਲਾ। ਉਹਦੇ ਵਿੱਚ ਆਪਾਂ ਪੜ੍ਹਦੇ ਹਾਂ, ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ। ਉਹਦੇ 'ਚੋਂ ਗੁਰੂ ਨਾਨਕ ਦੇਵ ਮਹਾਰਾਜ ਸਾਨੂੰ ਸਮਝਾਉਂਦੇ ਨੇ ਕਿ ਉਸ ਪਰਮਾਤਮਾ ਦੇ ਦੋ ਸਵਰੂਪ ਨੇ। ਇੱਕ ਸਵਰੂਪ ਉਹਦਾ ਹੈ ਨਿਰਗੁਣ, ਇੱਕ ਸਵਰੂਪ ਉਹਦਾ ਹੈ ਸਰਗੁਣ। ਸਰਗੁਣ ਸਵਰੂਪ ਦੇ ਅੰਦਰ ਇਹ ਸਾਰੇ ਜੀਵਾਂ ਦੇ ਆਕਾਰ, ਇਹਨਾਂ ਜੀਵਾਂ ਦੀਆਂ ਅੱਖਾਂ, ਇਹਨਾਂ ਦੇ ਕੰਨ, ਇਹਨਾਂ ਦੇ ਨੱਕ, ਇਹਨਾਂ ਦੇ ਹੱਥ, ਇਹਨਾਂ ਦੇ ਪੈਰ, ਇਹ ਸਾਰੇ ਹੀ ਪਰਮਾਤਮਾ ਦੇ ਹਨ। ਕਿਉਂਕਿ ਇਹਨਾਂ ਸਾਰਿਆਂ ਜੀਵਾਂ ਵਿੱਚ ਪਰਮਾਤਮਾ ਦੀ ਜੋਤ ਬਿਰਾਜਮਾਨ ਹੈ, ਤਾਂ ਹੀ ਇਹ ਚੱਲਦੇ ਫਿਰਦੇ ਹਨ। ਸੋ ਇਹ ਸਭ ਕੁਝ ਪਰਮਾਤਮਾ ਦਾ ਹੈ। ਇਹ ਪਰਮਾਤਮਾ ਦਾ ਸਰਗੁਣ ਸਵਰੂਪ ਹਨ ਸਾਰੇ ਜੀਵ। ਦੂਜੇ ਪਾਸੇ ਹੈ ਨਿਰਗੁਣ, ਜੋ ਸਾਨੂੰ ਨਜ਼ਰ ਨਹੀਂ ਆਉਂਦਾ, ਜਿਹੜੀ ਕੇਵਲ ਤੇ ਕੇਵਲ ਇੱਕ ਸੱਤਾ, ਇੱਕ ਸ਼ਕਤੀ ਹੈ, ਇੱਕ ਐਨਰਜੀ ਹੈ। ਜੇ ਅਸੀਂ ਉਹਦੇ ਵੱਲ ਆਪਣਾ ਧਿਆਨ ਲਿਜਾਈਏ ਤੇ ਫਿਰ ਪਰਮਾਤਮਾ ਦਾ ਨਾ ਕੋਈ ਅੰਗ ਨਜ਼ਰ ਆਏਗਾ, ਨਾ ਉਹਦੇ ਨੇਤਰ ਨਜ਼ਰ ਆਉਣਗੇ, ਨਾ ਕੰਨ, ਨਾ ਨੱਕ, ਨਾ ਹੱਥ, ਨਾ ਪੈਰ, ਨਾ ਸਰੀਰ, ਨਾ ਆਕਾਰ, ਫਿਰ ਉਹਦਾ ਕੁਝ ਵੀ ਨਜ਼ਰ ਨਹੀਂ ਆਏਗਾ। ਸੋ ਇਹ ਦੋ ਰੂਪ ਨੇ। ਨਿਰਗੁਣ ਰੂਪ ਵਿੱਚ ਪਰਮਾਤਮਾ ਦਾ ਕੋਈ ਰੂਪ ਰੇਖ ਰੰਗ ਕੁਝ ਨਹੀਂ ਹੈਗਾ। ਆਪਾਂ ਜਾਪ ਸਾਹਿਬ ਪੜ੍ਹਦੇ ਹਾਂ, ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਿਤੋਜ ਕਹੀਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣੀਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸੁਮਤ। ਗੁਰੂ ਸਾਹਿਬ ਨੇ ਸਾਨੂੰ ਕਿਹਾ, ਸੋਹਣਾ ਸਮਝਾਇਆ ਕਿ ਪਰਮਾਤਮਾ ਦਾ ਕੋਈ ਚੱਕਰ ਚਿਹਨ ਰੂਪ ਰੰਗ ਰੇਖ ਭੇਖ ਕੁਝ ਵੀ ਨਹੀਂ। ਪਰ ਸਿਆਣੇ ਵਿਦਵਾਨ ਜਦੋਂ ਦੁਨੀਆ ਦੇ ਵਿੱਚ ਇਸ ਬ੍ਰਹਿਮੰਡ ਵਿੱਚ ਝਾਤੀ ਮਾਰਦੇ ਨੇ ਤੇ ਜਿਹੜੇ ਉਸ ਮਾਲਕ ਦੇ ਗੁਣ ਇਹਨਾਂ ਨੂੰ ਨਜ਼ਰ ਆਉਂਦੇ ਨੇ, ਜਿਵੇਂ ਗੁਰੂ ਨਾਨਕ ਸਾਹਿਬ ਨੂੰ ਜਿਹੜੇ ਗੁਣ ਨਜ਼ਰ ਆਏ ਮੁੱਖ ਰੂਪ ਵਿੱਚ, ਉਹਨਾਂ ਨੇ ਉਹਨਾਂ ਗੁਣਾਂ ਦਾ ਵਰਣਨ ਮੂਲ ਮੰਤਰ ਵਿੱਚ ਕਰ ਦਿੱਤਾ ਤੇ ਉਹਨਾਂ ਗੁਣਾਂ ਦਾ ਵਰਣਨ ਕਰਕੇ ਅਖੀਰ ਤੇ ਗੁਰਪ੍ਰਸਾਦ ਦੀ ਮੋਹਰ ਲਗਾ ਦਿੱਤੀ ਕਿ ਇਹ ਗੁਣਾਂ ਵਾਲਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕੇਵਲ ਤੇ ਕੇਵਲ ਗੁਰਪ੍ਰਸਾਦ ਦੁਆਰਾ ਸਮਝਿਆ ਜਾਂ ਜਾਣਿਆ ਜਾ ਸਕਦਾ ਹੈ। ਇਸੇ ਤਰ੍ਹਾਂ 10ਵੇਂ ਪਾਤਸ਼ਾਹ ਫਰਮਾ ਰਹੇ ਨੇ ਕਿ ਪਰਮਾਤਮਾ ਦੇ ਜਿੰਨੇ ਨਾਮ ਸੰਸਾਰ ਦੇ ਅੰਦਰ ਰੱਖੇ ਗਏ ਨੇ, ਇਹ ਵਿਦਵਾਨਾਂ ਮਹਾਂਪੁਰਸ਼ਾਂ ਨੇ ਉਸ ਮਾਲਕ ਦੇ ਗੁਣ ਵੇਖੇ ਤੇ ਉਸ ਦੇ ਗੁਣ ਵੇਖ ਕੇ ਉਹੋ ਜਿਹੇ ਨਾਵਾਂ ਦੇ ਨਾਲ ਉਸ ਪਰਮਾਤਮਾ ਨੂੰ ਸੰਬੋਧਨ ਕਰਨਾ ਉਹਨਾਂ ਨੇ ਪ੍ਰਾਰੰਭ ਕਰ ਦਿੱਤਾ ਤੇ ਉਹ ਹੀ ਨਾਮ ਵਾਹਿਗੁਰੂ ਜੀ ਦੇ ਪ੍ਰਚਲਿਤ ਹੋ ਗਏ। ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਉਹਦਾ ਸੱਚਾ ਨਾਮ ਕੀ ਹੈ? ਕੇਵਲ ਤੇ ਕੇਵਲ ਇੱਕੋ ਹੀ ਸ਼ਬਦ ਕਿ ਉਹਦੀ ਹੋਂਦ ਸਦੀਵੀ ਹੈ। ਇਹ ਉਹਦਾ ਸੱਚਾ ਨਾਮ ਹੈ ਕਿ ਉਹਦੀ ਹੋਂਦ ਕਦੇ ਖਤਮ ਨਹੀਂ ਹੁੰਦੀ, ਉਹਦੀ ਹੋਂਦ ਹਰ ਵਕਤ ਹਰ ਸਮੇਂ ਬਰਕਰਾਰ ਰਹਿੰਦੀ ਏ।
ਇਹ ਹੀ ਉਹਦਾ ਸੱਚਾ ਨਾਮ ਹੈ। ਬਾਕੀ ਸਾਰੇ ਨਾਮ ਉਹਦੇ ਗੁਣਾਂ ਨੂੰ ਵੇਖ ਕੇ ਮਹਾਂਪੁਰਸ਼ਾਂ ਨੇ ਰੱਖੇ ਨੇ ਤੇ ਉਹ ਨਾਮ ਹੋਂਦ ਵਿੱਚ ਆਏ ਨੇ। ਗੁਰੂ ਅਰਜਨ ਦੇਵ ਸਾਹਿਬ ਹੁਣ ਇਸ ਗੱਲ ਦਾ ਜਿਹੜਾ ਉਹਦਾ ਸਰਗੁਣ ਸਵਰੂਪ ਹੈ ਉਹਦਾ ਜ਼ਿਕਰ ਕਰਦਿਆਂ ਸਾਨੂੰ ਸਮਝਾ ਰਹੇ ਨੇ। ਨਾਨਾ ਰੂਪ ਨਾਨਾ ਜਾ ਕੇ ਰੰਗ। ਨਾਨਾ ਦਾ ਅਰਥ ਹੈ ਬਹੁਤ ਬਹੁਤ ਪ੍ਰਕਾਰ ਦੇ, ਬਹੁਤ ਕਿਸਮਾਂ ਦੇ ਉਸ ਵਾਹਿਗੁਰੂ ਜੀ ਦੇ ਰੂਪ ਹਨ ਤੇ ਬੇਅੰਤ ਹੀ ਉਸ ਦੇ ਰੰਗ ਹਨ। ਭਾਵ ਜੋ ਕੁਝ ਅਸੀਂ ਇਸ ਬ੍ਰਹਿਮੰਡ ਦੇ ਅੰਦਰ ਇਹਨਾਂ ਅੱਖਾਂ ਨਾਲ ਵੇਖਦੇ ਹਾਂ, ਸਭ ਹਰ ਚੀਜ਼ ਵਿੱਚ ਪਰਮਾਤਮਾ ਜੀ ਸਮਾਏ ਹੋਏ ਨੇ ਤੇ ਮਾਨੋ ਇਹ ਸਾਰੇ ਦੇ ਸਾਰੇ ਸਵਰੂਪ, ਇਹ ਰੂਪ ਰੰਗ ਅਤੇ ਭੇਖ ਇਹ ਉਸ ਪਰਮਾਤਮਾ ਦੇ ਹੀ ਹਨ। ਨਾਨਾ ਭੇਖ ਕਰਹਿ, ਇਹ ਪਰਮਾਤਮਾ ਤੂੰ ਅਨੇਕ ਪ੍ਰਕਾਰ ਦੇ ਭੇਖ ਬਣਾਉਣਾ ਹੈ ਤੇ ਇੰਨੇ ਭੇਖ, ਇੰਨੇ ਰੂਪ, ਇੰਨੇ ਰੰਗ ਬਣਾਉਂਦਾ ਹੋਇਆ ਵੀ ਉਹਨਾਂ ਵਿੱਚ ਵਿਚਰਦਾ ਹੋਇਆ ਵੀ ਤੂੰ ਇੱਕ ਰੰਗੀ ਹੈ, ਤੂੰ ਸਦਾ ਰਹਿਣ ਵਾਲਾ ਹੈ, ਤੂੰ ਅਟਲ ਸਚਾਈ ਹੈ। ਇਹ ਹੈ ਉਸ ਦਾ ਇੱਕ ਰੰਗ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 358 ਤੇ ਸਮਝਾਉਂਦਿਆਂ ਇਹ ਬਚਨ ਆਖੇ ਨੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾਂ ਕਹਿਨ ਨਾ ਜਾਹੀ ਤੇਰੇ ਗੁਣ ਕੇਤੇ। ਹੁਣ ਕੁਛ ਉਹਦੇ ਗੁਣ ਮੂਲ ਮੰਤਰ ਵਿੱਚ ਵਰਣਨ ਕੀਤੇ ਨੇ ਪਰ ਉਹ ਸਾਰੇ ਨਹੀਂ ਹਨ। ਉਸ ਮਾਲਕ ਦੇ ਅਨੇਕਾਂ ਨਾਮ ਹਨ, ਉਸ ਦੇ ਬੇਅੰਤ ਰੂਪ ਹਨ ਅਤੇ ਉਸ ਦੇ ਗੁਣ ਕਿੰਨੇ ਕੁ ਹਨ ਇਹ ਕਹੇ ਨਹੀਂ ਜਾ ਸਕਦੇ, ਵਰਣਨ ਨਹੀਂ ਕੀਤੇ ਜਾ ਸਕਦੇ। ਪਰ ਬਹੁਤ ਸਾਰੇ, ਜਿਵੇਂ ਗੁਰੂ ਸਾਹਿਬ ਨੇ ਲਿਖਿਆ, ਦੇਵਤਿਆਂ ਦਰਸ਼ਨ ਕੇ ਤਾਈ ਦੁਖ ਭੂਖ ਤੀਰਥ ਕੀਏ। ਜਿਨ੍ਹਾਂ ਦੇਵਤਿਆਂ ਨੂੰ ਲੋਕ ਰੱਬ ਮੰਨੀ ਬੈਠੇ ਨੇ, ਜਿਨ੍ਹਾਂ ਦੀ ਪੂਜਾ ਹੋ ਰਹੀ ਹੈ, ਗੁਰੂ ਨਾਨਕ ਸਾਹਿਬ ਦੇ ਖਿਆਲ ਵਿੱਚ ਔਰ ਸੱਚਾਈ ਹੈ, ਅਸਲੀਅਤ ਹੈ ਕਿ ਇਹਨਾਂ ਦੇਵਤਿਆਂ ਨੇ ਵਾਹਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਕਿੰਨੇ ਦੁੱਖ ਸਹੇ, ਤਪ ਸਾਧਨਾਵਾਂ ਕੀਤੀਆਂ, ਕੋਈ ਉਲਟਾ ਲਟਕਿਆ, ਕੋਈ ਭੁੱਖਾ ਮਰਿਆ, ਕਿਸੇ ਨੇ ਸਰੀਰ ਨੂੰ ਧੂਣੀਆਂ ਵਿੱਚ ਰੱਖ ਕੇ ਤਪਾਇਆ, ਕੋਈ ਜਲ ਧਾਰੇ ਵਿੱਚ ਠੰਡੇ ਪਾਣੀ ਵਿੱਚ ਡੁੱਬਿਆ, ਕਿਸੇ ਨੇ ਤੀਰਥ ਯਾਤਰਾਵਾਂ ਕੀਤੀਆਂ। ਇਹ ਦੁੱਖ ਤੇ ਭੁੱਖਾਂ ਸਹੀਆਂ। ਕਿੰਨੇ ਵੱਡੇ ਵੱਡੇ ਜੋਗੀ ਤੇ ਜਤੀ ਲੋਕ, ਉਹਨਾਂ ਨੇ ਆਪਣੇ ਆਪ ਨੂੰ ਕਿਸੇ ਮਰਿਆਦਾ ਦੇ ਵਿੱਚ ਬੰਨ੍ਹ ਕੇ ਰੱਖਿਆ। ਕਿੰਨੇ ਲੋਕਾਂ ਨੇ ਭਗਵੇ ਰੰਗ ਦੇ ਭੇਖ ਧਾਰਨ ਕੀਤੇ। ਪਰ ਹੇ ਵਾਹਿਗੁਰੂ, ਇਹ ਸਾਰੇ ਲੋਕ ਤੇਰਾ ਅੰਤ ਨਾ ਪਾ ਸਕੇ, ਕਿਉਂਕਿ ਤੇਰੇ ਅਨੇਕਾਂ ਰੂਪ ਹਨ, ਤੇਰੇ ਅਨੇਕਾਂ ਨਾਮ ਹਨ, ਤੇਰੇ ਬੇਅੰਤ ਗੁਣ ਹਨ, ਉਹਨਾਂ ਦਾ ਵਰਣਨ ਕੀਤਾ ਨਹੀਂ ਜਾ ਸਕਦਾ। ਤਉ ਕਾਰਨ ਸਾਹਿਬਾ ਰੰਗ ਰਤੇ। ਹੇ ਮੇਰੇ ਮਾਲਕ, ਮੈਂ ਨਾ ਦੁੱਖ ਭੁੱਖ ਸਹਿਣ ਦੀ ਗੱਲ ਕਰਦਾ, ਨਾ ਮੈਂ ਤੀਰਥਾਂ ਉੱਤੇ ਰਟਨ ਕਰਨ ਦੀ ਗੱਲ ਕਰਦਾ, ਨਾ ਮੈਂ ਕਿਸੇ ਜੋਗੀ ਜਤੀ ਦੀ ਦੱਸੀ ਹੋਈ ਮਰਿਆਦਾ ਵਿੱਚ ਪੈਣ ਨੂੰ ਤਿਆਰ ਹਾਂ। ਮੈਂ ਤੇ ਹੇ ਮੇਰੇ ਮਾਲਕ ਤੇਰੇ ਦਰਸ਼ਨਾਂ ਵਾਸਤੇ ਤੇਰੇ ਪਿਆਰ ਵਿੱਚ ਰੰਗਿਆ ਗਿਆ ਹਾਂ। ਮੈਂ ਤੇ ਤੇਰੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਹਾਂ। ਬਸ ਮੈਨੂੰ ਤੇਰੇ ਨਾਮ ਵਿੱਚ ਜੁੜ ਜਾਣਾ ਹੀ ਤੇਰੇ ਦਰਸ਼ਨ ਹਨ ਤੇ ਤੇਰੇ ਦਰਸ਼ਨ ਇਸ ਸਮੁੱਚੇ ਬ੍ਰਹਿਮੰਡ ਵਿੱਚ ਹੋ ਰਹੇ ਨੇ। ਜਦੋਂ ਗੁਰੂ ਅਰਜਨ ਦੇਵ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਭਾਈ ਉਸ ਮਾਲਕ ਦੇ ਬੇਅੰਤ ਰੂਪ, ਬੇਅੰਤ ਰੰਗ, ਇਹ ਸਾਰੇ ਭੇਖ ਉਹਦੇ ਹੀ ਹਨ। ਨਾਨਾ ਬਿਧ ਕੀਨੋ ਵਿਸਥਾਰ। ਇਹ ਸਮੁੱਚੇ ਸੰਸਾਰ ਦਾ ਜਿਹੜਾ ਵਿਸਥਾਰ ਕੀਤਾ ਹੈ ਉਹ ਅਨੇਕ ਭਾਂਤ ਨਾਲ ਉਸ ਮਾਲਕ ਨੇ ਕੀਤਾ ਹੈ, ਪਰ ਉਹ ਅਬਿਨਾਸ਼ੀ ਪੁਰਖ ਸਦਾ ਇੱਕ ਰਹਿੰਦਾ ਹੈ। ਇੰਨੇ ਵੱਡੇ ਵਿਸਥਾਰ ਨੂੰ ਕਰਦਾ ਹੋਇਆ, ਇੰਨਿਆਂ ਰੂਪਾਂ ਤੇ ਰੰਗਾਂ ਵਿੱਚ ਵੰਡਿਆ ਜਾ ਕੇ ਵੀ ਉਹ ਏਕੰਕਾਰ ਹੈ। ਇਹ ਏਕੰਕਾਰ
ਉਸ ਇੱਕ ਓੰਕਾਰ ਦਾ ਰੂਪਾਂਤਰ ਹੈ, ਜਿਹੜਾ ਇੱਕ ਓੰਕਾਰ ਮੂਲ ਮੰਤਰ ਤੋਂ ਪਹਿਲਾਂ ਲਿਖਿਆ ਗਿਆ ਹੈ, ਯਾਨੀ ਮੁੱਢ ਵਿੱਚ ਆਰੰਭ ਵਿੱਚ ਲਿਖਿਆ ਗਿਆ ਹੈ। ਸੋ ਇਹ ਉਸ ਦਾ ਰੂਪ ਅੰਤਰ ਅਸੀਂ ਇਸ ਨੂੰ ਆਖ ਸਕਦੇ ਹਾਂ। ਏਕੰਕਾਰ, ਕਾਰ ਮੈਨੇ ਪਰਮਾਤਮਾ ਇੱਕ ਰਸ ਲਗਾਤਾਰ ਵਿਆਪਕ ਹੈ ਤੇ ਉਹ ਇੱਕ ਹੈ ਤੇ ਪਾਰ ਬ੍ਰਹਮ ਹੈ। ਉਹ ਪਰਮਾਤਮਾ ਜਿਸ ਨੂੰ ਪ੍ਰਭ ਆਖਿਆ, ਜਿਸ ਨੂੰ ਠਾਕੁਰ ਆਖਿਆ, ਜਿਹਨੂੰ ਬੇਅੰਤ ਨਾਵਾਂ ਨਾਲ ਜਾਣਿਆ ਗਿਆ ਗੁਰਬਾਣੀ ਵਿੱਚ, ਅਸਲ ਵਿੱਚ ਉਹ ਸਰਵ ਵਿਆਪਕ ਤੇ ਸਦੀਵ ਵੀ ਉਹ ਇੱਕ ਹੈ ਤੇ ਉਹਦੀ ਹੋਂਦ ਅਟੱਲ ਹੈ। ਗੁਰੂ ਸਾਹਿਬ ਨੇ ਆਖਿਆ ਉਹ ਅਨੇਕ ਕੌਤਕ ਕਰਦਾ ਹੈ ਤੇ ਜਿਹੜੇ ਕੌਤਕ ਕਰਦਾ ਹੈ ਉਹਨਾਂ ਨੂੰ ਉਹ ਬਹੁਤੀ ਦੇਰ ਨਹੀਂ ਲਾਉਂਦਾ। ਇੱਕ ਛਿਨ ਭਰ ਵਿੱਚ ਕਿਸੇ ਨੇ ਆਖਿਆ ਵਾਹਿਗੁਰੂ ਜੀ ਨੇ 6 ਦਿਨਾਂ ਵਿੱਚ ਇਸ ਬ੍ਰਹਿਮੰਡੀ ਰਚਨਾ ਦਾ ਪਸਾਰਾ ਕੀਤਾ ਤੇ 7ਵੇਂ ਦਿਨ ਉਹਨੇ ਆਰਾਮ ਕੀਤਾ ਤਾਂ ਇਹ 7 ਦਿਨ ਬਣੇ। ਕਿਸੇ ਨੇ ਹੋਰ ਆਪਣੀ ਵਿਚਾਰ ਦਿੱਤੀ, ਕਿਸੇ ਨੇ ਹੋਰ, ਪਰ ਗੁਰੂ ਸਾਹਿਬ ਦੀ ਵਿਚਾਰ ਇਹ ਹੈ ਕਿ ਉਹ ਮਾਲਕ ਇੰਨੇ ਦਿਨ ਨਹੀਂ ਲਾਉਂਦਾ ਕੋਈ ਪਸਾਰਾ ਪਸਾਰਨ ਲੱਗਿਆ, ਨਾ ਇਸ ਨੂੰ ਇਕੱਠਿਆਂ ਕਰਨ ਲੱਗਿਆ। ਉਹ ਤੇ ਕੇਵਲ ਇੱਕ ਖਿਣ ਮਾਤਰ ਦਾ ਸਮਾਂ ਲਗਾ ਦਿੰਦਾ ਹੈ ਤੇ ਇੱਕ ਬ੍ਰਹਿਮੰਡ ਨਹੀਂ, ਇੱਕ ਖਿਣ ਮਾਤਰ ਵਿੱਚ ਉਹ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਕਰੋੜਾਂ ਬ੍ਰਹਿਮੰਡਾਂ ਦੀ ਰਚਨਾ ਕਰਨ ਦੀ ਸਮਰੱਥਾ ਰੱਖਦਾ ਹੈ। ਅਤੇ ਫਿਰ ਇਹ ਨਹੀਂ ਕਿ ਉਹ ਬ੍ਰਹਿਮੰਡਾਂ ਦੀ ਰਚਨਾ ਰਚ ਕੇ ਆਪ ਕਿਤੇ ਉਹਨਾਂ ਤੋਂ ਵੱਖਰਾ ਪਾਸੇ ਹਟ ਕੇ ਬੈਠਾ ਰਹਿੰਦਾ ਹੈ, ਸਗੋਂ ਪੂਰ ਰਹਿਓ ਪੂਰਨ ਸਭ ਠਾਏ। ਉਹ ਜਿਹੜਾ ਪਰਿਪੂਰਨ ਪਰਮਾਤਮਾ ਹੈ ਉਹ ਸਾਰੀਆਂ ਥਾਵਾਂ 'ਤੇ ਪਰਿਪੂਰਨ ਹੋ ਰਿਹਾ ਹੈ, ਭਾਵ ਹਰ ਜਗ੍ਹਾ 'ਤੇ ਸਮਾਇਆ ਹੋਇਆ ਹੈ। ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਬੇਅੰਤ ਪ੍ਰਕਾਰ ਕਰਕੇ ਇਹ ਸੰਸਾਰਕ ਰਚਨਾ ਦੀ ਰਚਨਾ ਕੀਤੀ ਏ ਤੇ ਇਸ ਦੀ ਕੀਮਤ ਉਸ ਮਾਲਕ ਨੇ ਆਪਣੇ ਆਪ ਪਾਈ ਏ। ਭਾਵ ਇਸ ਰਚਨਾ ਨੂੰ ਸਮੁੱਚੇ ਤੌਰ ਤੇ ਕੇਵਲ ਅਕਾਲ ਪੁਰਖ ਆਪ ਜਾਣਦਾ ਹੈ। ਕੋਈ ਸਾਇੰਸਦਾਨ, ਕੋਈ ਹੋਰ ਇਨਸਾਨ, ਕੋਈ ਰੱਬ ਦਾ ਪਿਆਰਾ ਉਸ ਦੇ ਅੰਤ ਨੂੰ ਨਹੀਂ ਜਾਣ ਸਕਿਆ, ਨਾ ਜਾਣ ਸਕੇਗਾ। ਰੱਬ ਦੇ ਪਿਆਰੇ ਸਿਮਰਨ ਕਰਦੇ ਨੇ, ਸਿਮਰਨ ਕਰਦੇ ਕਰਦੇ ਜਿਵੇਂ ਬੂੰਦ ਸਾਗਰ ਵਿੱਚ ਡਿੱਗ ਕੇ ਆਪਣਾ ਆਪਾ, ਆਪਣੀ ਹੋਂਦ ਮਿਟਾ ਦਿੰਦੀ ਏ, ਇਸ ਤਰ੍ਹਾਂ ਰੱਬ ਦੇ ਪਿਆਰੇ ਉਹਦੇ ਵਿੱਚ ਆਪਣੀ ਇਸ ਆਤਮਾ ਨੂੰ ਲੀਨ ਕਰਕੇ ਆਪਣੀ ਹੋਂਦ ਮਿਟਾ ਦਿੰਦੇ ਨੇ, ਉਹਦੇ ਵਿੱਚ ਇੱਕ ਰੂਪ ਹੋ ਜਾਂਦੇ ਨੇ, ਪਰ ਉਸ ਮਾਲਕ ਦਾ ਅੰਤ ਨਹੀਂ ਪਾ ਸਕਦੇ। ਅਖੀਰ ਵਿੱਚ ਸਾਹਿਬ ਜੀ ਨੇ ਆਖਿਆ ਇਹ ਸਾਰੇ ਸਰੀਰ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਨੇ। ਇਹ ਸਾਰੇ ਥਾਂ ਜਦੋਂ ਅਸੀਂ ਪਿਛਲਾ ਬੰਦ ਨੰਬਰ 3 ਪੜ੍ਹਿਆ ਸੀ, ਉਹਦੇ ਵਿੱਚ 2 ਪ੍ਰਕਾਰ ਦੇ ਲੋਕ ਪੜ੍ਹੇ ਸਨ। ਇੱਕ ਉਹ ਜਿਨ੍ਹਾਂ ਨੂੰ ਸਮੱਤ ਗਿਆਨ ਧਿਆਨ ਵਾਹਿਗੁਰੂ ਜੀ ਨੇ ਆਪਣੇ ਦਰ ਘਰ ਦਾ ਦਿੱਤਾ ਸੀ, ਤੇ ਦੂਜੀ ਤਰ੍ਹਾਂ ਦੇ ਉਹ ਲੋਕ ਸਨ ਜਿਹੜੇ 3 ਗੁਣੀ ਮਾਇਆ ਵਿੱਚ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਵਿੱਚ ਵਿਚਰਦੇ ਸਨ। ਤੇ ਉੱਥੇ ਗੁਰੂ ਸਾਹਿਬ ਨੇ ਇਹ ਗੱਲ ਆਖੀ ਸੀ ਕਿ ਉੱਚੀ ਅਵਸਥਾ ਦੇ ਮਾਲਕ ਤੇ ਨੀਵੀਂ ਅਵਸਥਾ ਦੇ ਮਾਲਕ, ਇਹ ਸਾਰੇ ਥਾਂ, ਇਹ ਹਿਰਦੇ ਰੂਪ ਜਗ੍ਹਾ ਹੇ ਵਾਹਿਗੁਰੂ ਸਾਰੀਆਂ ਤੇਰੀਆਂ ਹੀ ਬਣਾਈਆਂ ਹੋਈਆਂ ਨੇ। ਇਸ ਤੇਰੇ ਅਣਗਿਣਤ ਤੇ ਬੇਅੰਤ ਅਨੇਕ ਰੂਪ ਰੰਗ ਦੇ ਇਸ ਤਮਾਸ਼ੇ ਨੂੰ ਵੇਖ ਕੇ ਦਾਸ ਨਾਨਕ ਤੇ ਤੇਰਾ ਨਾਮ ਹੀ ਜਪ ਕੇ ਜਿਉਂਦਾ ਹੈ। ਅਖੀਰ ਤੇ ਗੁਰੂ ਸਾਹਿਬ ਨੇ ਇਹ ਬਚਨ ਸਾਨੂੰ ਸਮਝਾਏ ਨੇ, ਭਾਈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਿਆ ਕਰੋ, ਉਹਦੇ ਅੰਤ ਨੂੰ ਲੱਭਣ ਦੀ ਕੋਸ਼ਿਸ਼ ਨਾ ਕਰਨਾ, ਉਹਦੇ ਪਸਾਰੇ ਵਿੱਚ, ਇਸ ਪਸਰੇ ਹੋਏ ਪਸਾਰੇ ਦੇ ਵਿੱਚ ਫਸ ਕੇ ਨਾ ਰਹਿ ਜਾਣਾ। ਇਹਦੇ ਵਿੱਚ ਤੁਸੀਂ ਕੁਝ ਸਮੇਂ ਲਈ ਆਏ ਹੋ, ਇਸ ਪਸਾਰੇ ਦਾ ਆਨੰਦ ਮਾਣੋ ਤੇ ਇਹਦਾ ਆਨੰਦ ਮਾਣਦੇ ਹੋਏ ਮਾਲਕ ਦੇ ਸਿਮਰਨ ਵਿੱਚ ਜੁੜੇ ਰਹੋ। ਸਿਮਰਨ ਵਿੱਚ ਜੁੜ ਕੇ ਹੀ ਤੁਸੀਂ ਆਪਣੇ ਇਸ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ
ਸਫਲ ਬਣਾ ਸਕੋਗੇ। ਨਾ ਤੇ ਅਸੀਂ ਉਹਦੇ ਰੂਪ ਰੰਗ ਰੇਖ ਭੇਖ ਦਾ ਅੰਤ ਪਾ ਸਕਾਂਗੇ ਤੇ ਨਾ ਇਹ ਸਮਝ ਸਕਾਂਗੇ ਕਿ ਉਹ ਰੂਪ ਰੰਗ ਰੇਖ ਭੇਖ ਤੋਂ ਕਿਵੇਂ ਨਿਆਰਾ ਹੈ। ਸੋ ਇਹ ਮਾਲਕ ਦੀ ਰਚਨਾ ਹੈ। ਸਾਧੋ ਰਚਨਾ ਰਾਮ ਬਣਾਈ, ਇੱਕ ਬਿਨ ਸਹਿ ਇੱਕ ਅਸਥਰ ਮਾਨੈ, ਅਚਰਜ ਲਖਿਓ ਨਾ ਜਾਈ। ਇਹ ਮਾਲਕ ਦੀ ਅਚਰਜ ਲੀਲਾ ਹੈ, ਜਿਸ ਨੂੰ ਵੇਖ ਕੇ ਰੱਬ ਦੇ ਪਿਆਰੇ ਵਿਸਮਾਦ ਵਿੱਚ ਚਲੇ ਜਾਂਦੇ ਨੇ। ਉਹ ਰੱਬ ਦੇ ਰੰਗਾਂ ਵਿੱਚ ਜੁੜ ਜਾਂਦੇ ਨੇ। ਉਹ ਐਸੇ ਮਸਤ ਹੁੰਦੇ ਨੇ ਕਿ ਉਹਨਾਂ ਨੂੰ ਤਿੰਨ ਗੁਣੀ ਮਾਇਆ ਫਿਰ ਵਿਸਰ ਜਾਂਦੀ ਏ। ਉਹ ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ ਤੋਂ ਉੱਚੇ ਉੱਠ ਕੇ ਚੌਥੀ ਅਵਸਥਾ ਵਿੱਚ ਵਿਚਰਦਿਆਂ ਆਪਣੇ ਇਸ ਮਨੁੱਖਾ ਜੀਵਨ ਨੂੰ ਸਫਲ ਬਣਾ ਲੈਂਦੇ ਨੇ। ਆਓ ਅਸੀਂ ਗੁਰੂ ਸਾਹਿਬ ਜੀ ਦੇ ਇਸ ਉਪਦੇਸ਼ ਨੂੰ ਸਮਝ ਕੇ ਪੱਲੇ ਬੰਨੀਏ ਤੇ ਵਾਹਿਗੁਰੂ ਜੀ ਦੇ ਨਾਮ ਦਾ ਹਰ ਵਕਤ ਸਿਮਰਨ ਕਰਿਆ ਕਰੀਏ, ਕਿਉਂਕਿ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਹੀ ਸਿੱਖਿਆ ਇਸ ਬੰਦ ਰਾਹੀਂ ਦਿੱਤੀ ਏ ਕਿ ਭਾਈ ਉਹਦੇ ਬੇਅੰਤ ਰੰਗ ਰੂਪ ਰੇਖ ਭੇਖ ਹਨ। ਉਹ ਸਰਗੁਣ ਸਰੂਪ ਵਿੱਚ ਇਹ ਪੂਰੇ ਬ੍ਰਹਿਮੰਡ ਵਿੱਚ ਪਸਰਿਆ ਹੋਇਆ ਉਸੇ ਦਾ ਹੀ ਰੂਪ ਹੈ। ਤੇ ਉਸ ਦੇ ਇਹਨਾਂ ਕੌਤਕਾਂ ਨੂੰ ਵੇਖ ਕੇ, ਉਸ ਦੀ ਇਸ ਅਸਚਰਜਤਾ ਨੂੰ ਵੇਖ ਕੇ ਮੈਂ ਦਾਸ ਨਾਨਕ ਤੇ ਹੇ ਵਾਹਿਗੁਰੂ ਤੇਰਾ ਨਾਮ ਜਪ ਜਪ ਕੇ ਹੀ ਜਿਉਂਦਾ ਹਾਂ। ਭਾਵ ਸਾਨੂੰ ਸਾਰਿਆਂ ਨੂੰ ਕਹਿ ਰਹੇ ਨੇ, ਭਾਈ ਤੁਸੀਂ ਵੀ ਉਸ ਮਾਲਕ ਦਾ ਨਾਮ ਜਪ ਜਪ ਕੇ ਆਪਣਾ ਜੀਵਨ ਜੀਵੋ ਤੇ ਇਸ ਜੀਵਨ ਨੂੰ ਸਫਲ ਬਣਾ ਲਵੋ। ਇੰਨੇ ਕੁ ਸ਼ਬਦ ਅੱਜ ਆਪ ਜੀ ਨੇ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਆਓ ਪਿਆਰ ਸਹਿਤ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।